ਕਾਲਜ ਵਾਸਤੇ ਸਟੂਡੈਂਟ ਨਹੀਂ ਇਸ ਵੇਲੇ ਗ੍ਰਾਹਕ ਬਣ ਚੁੱਕੇ। ਲਾਲਚੀ ਕਾਲਜ ਜਿਹੜੇ ਨੇ ਵਿਦੇਸ਼ਾਂ ਦੇ ਉਹ ਕਿਸ ਤਰੀਕੇ ਦੇ ਨਾਲ ਠੱਗੀ ਕਰਦੇ ਨੇ, ਕਿਸ ਤਰੀਕੇ ਦੇ ਨਾਲ ਧੋਖਾਧੜੀ ਤੁਹਾਡੇ ਨਾਲ ਹੁੰਦੀ ਹੈ। ਵਿਕਰਮ, ਕੈਨੇਡਾ ਵਾਲੇ ਪੰਜਾਬੀਆਂ ਨੂੰ ਇਸ ਲਈ ਉੱਧਰ ਪ੍ਰਵਾਸ ਨਹੀਂ ਕਰਵਾ ਰਹੇ ਕਿ ਉਹਨਾਂ ਨੂੰ ਪੰਜਾਬੀਆਂ ਦੀ ਕੋਈ ਫਿਕਰ ਹੋ ਗਈ ਹੈ ਵੀ ਪੰਜਾਬੀਆਂ ਨੂੰ ਪੜ੍ਹਾਉਣਾ। ਉਹਨਾਂ ਨੂੰ ਫਿਕਰ ਹੈ ਤਾਂ ਆਪਣੀ ਇਕਨੋਮੀ ਦੀ, ਉਹਨਾਂ ਨੂੰ ਲੋੜ ਹੈ ਤੇ ਆਪਣੇ ਕੰਮਾਂ ਵਾਸਤੇ ਲੇਬਰ ਦੀ, ਉਹਨਾਂ ਨੂੰ ਵਰਕਫੋਰਸ ਦੀ ਲੋੜ ਹੈ। ਪੰਜਾਬ ਦੇ ਏਜੰਟਾਂ ਤੱਕ ਗੱਲ ਪਹੁੰਚਦੀ ਕਿਵੇਂ ਹੈ? ਕਿਵੇਂ ਇਹ ਏਜੰਟ ਇਹ ਦਾਅਵੇ ਕਰ ਦਿੰਦੇ ਨੇ ਕਿ ਅਸੀਂ ਫਲਾਣੇ ਕਾਲਜ 'ਚ ਭੇਜ ਦਿਆਂਗੇ, ਤੁਹਾਡੀ PR ਵੀ ਮਿੰਟਾਂ 'ਚ ਆ ਜੂਗੀ। ਜਿਹੜੀ ਕੰਪਨੀ ਦਾ ਕਾਲਜ ਨਾਲ ਕੰਟਰੈਕਟ ਹੋਇਆ, ਉਹ ਕੰਪਨੀ ਫਿਰ ਅੱਗਿਓਂ ਅਜਿਹੇ ਹਜ਼ਾਰਾਂ ਏਜੰਟਾਂ ਨੂੰ ਅਪਰੋਚ ਕਰਦੀ ਹੈ ਕਿ ਸਾਨੂੰ ਬੱਚੇ ਲਿਆ ਕੇ ਦਿਓ। ਤਾਂ ਇੱਕ ਵੱਡਾ ਬਿਜ਼ਨਸ ਚੱਲ ਰਿਹਾ। ਕੈਨੇਡਾ ਸਰਕਾਰ ਦੀ ਗੱਲ ਕਰ ਰਹੇ, ਹਰ ਦੇਸ਼ ਨੇ ਆਪਣੇ ਮੁਲਕ ਦੀ ਅਰਥ ਵਿਵਸਥਾ ਜਿਹੜੀ ਉਹ ਦੇਖਣੀ ਹੈ, ਇਕਨੋਮੀ ਦੇਖਣੀ ਹੈ, ਹਰ ਗਵਰਨਮੈਂਟ ਨੇ ਆਪਣੀ। ਪਰ ਉੱਥੇ ਹੀ ਉਹਨਾਂ ਨੂੰ ਚੰਗਾ ਲੱਗ ਰਿਹਾ ਕਿ ਸਾਡੇ ਕੋਲ ਪੈਸੇ ਆ ਰਹੇ ਆ, ਉਹਨਾਂ ਤਾਂ ਵੀਜ਼ਾ ਫਾਈਲਾਂ ਜਾਂਦੀਆਂ ਤਾਂ ਪੈਸੇ ਮਿਲਦੇ ਉਹਨਾਂ ਨੂੰ ਤਾਂ ਡਾਲਰ ਕਲੈਕਸ਼ਨ ਹੋ ਰਹੀ ਹੈ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉੱਤੇ ਇੱਕ ਵੀ ਇੰਡੀਪੈਂਡੈਂਟ ਕੁਆਲਿਟੀ ਆਡਿਟ ਹਾਲੇ ਤੱਕ ਨਹੀਂ ਹੋਇਆ। ਇਹ ਵਾਅਦੇ ਜਿਹੜੇ ਕਰਦੇ ਨੇ ਉਹਨਾਂ ਪਲੇਅਰਸ ਨੂੰ ਬਾਹਰ ਕਰਨ ਵਾਸਤੇ UK, ਆਇਰਲੈਂਡ, ਆਸਟ੍ਰੇਲੀਆ ਇਹਨਾਂ ਮੁਲਕਾਂ ਨੇ ਸੰਧੀ ਕੀਤੀ, ਪਰ ਕੈਨੇਡਾ ਸਰਕਾਰ ਨੇ ਉਸ ਸੰਧੀ ਉੱਤੇ ਵੀ ਸਾਈਨ ਕਰਨ ਤੋਂ ਨਾ ਕਰ ਦਿੱਤੀ। ਉਹ ਸੰਧੀ ਉੱਤੇ ਕੈਨੇਡਾ ਦੇ ਸਾਈਨ ਨਹੀਂ ਹੋਏ ਤੇ ਅੱਗੇ ਵੀ ਸ਼ਾਇਦ ਨਹੀਂ ਹੋਣਗੇ, ਕਿਉਂਕਿ ਵੱਧ ਤੋਂ ਵੱਧ ਸਟੂਡੈਂਟਾਂ ਨੂੰ ਇੱਕ ਗ੍ਰਾਹਕ ਵਾਂਗੂ ਟਰੀਟ ਕਰ ਰਹੇ ਨੇ ਕੈਨੇਡਾ ਦੇ ਕਾਲਜ। ਇਸ ਸਟੂਡੈਂਟ ਸਫਰ ਕਰ ਰਹੇ ਨੇ, ਪਰ ਕੈਨੇਡਾ ਵਾਸਤੇ ਇਹ ਸਿਰਫ ਤੇ ਸਿਰਫ ਚੀਪ ਲੇਬਰ ਹੈ ਤੇ ਨਾਲ ਦੀ ਨਾਲ ਜਿਹੜੇ ਸਟੂਡੈਂਟਸ ਨੇ ਉਹ ਲੱਖਾਂ ਹੀ ਡਾਲਰ ਕੈਨੇਡਾ ਦੀ ਇਕਨੋਮੀ 'ਚ ਵੀ ਪਾ ਰਹੇ ਨੇ। ਤਾਂ ਉਸ ਕਾਲਜ ਦੇ ਕੋਲ ਸੀ, ਉਸ ਤੋਂ ਵੱਧ ਬੱਚੇ ਉੱਥੇ ਪਹੁੰਚ ਗਏ। ਉਹ ਕਹਿੰਦੇ ਜੀ ਸਾਡੇ ਏਜੰਟ ਨੇ ਤੁਹਾਡੇ ਰਾਹੀਂ ਭੇਜਿਆ ਸੀ, ਤੁਸੀਂ ਵੀ ਸਾਡੀ ਐਪਲੀਕੇਸ਼ਨ ਐਕਸੈਪਟ ਕੀਤੀ ਸੀ, ਸਾਡੀ ਐਡਮਿਸ਼ਨ ਤੁਹਾਡੇ ਕੋਲ ਹੈ। ਕਾਲਜ ਜਵਾਬ 'ਚ ਕਹਿੰਦਾ ਕਿ ਸਾਡੇ ਕੋਲ ਤਾਂ ਇੰਨੀਆਂ ਸੀਟਾਂ ਨੇ, ਅਸੀਂ ਇੰਨੇ ਇਨਰੋਲ ਕਰ ਸਕਦੇ ਹਾਂ, ਬਾਕੀਆਂ ਨੂੰ ਅਸੀਂ ਐਡਮਿਸ਼ਨ ਨਹੀਂ ਦੇ ਸਕਦੇ। ਪਰ ਇਹ ਹੋ ਕਿਵੇਂ ਗਿਆ? ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਏਜੰਟ ਨੇ ਝੂਠ ਮਾਰਿਆ ਤੇ ਸਭ ਕੁਝ ਹੋ ਗਿਆ। ਕਿਤੇ ਨਾ ਕਿਤੇ ਕਾਲਜ ਦੀ ਵੀ ਗਲਤੀ ਹੈ। ਲੱਗਦਾ ਕਿ ਕਾਲਜਸ ਜਿਹੜੇ ਆ ਉੱਥੋਂ ਦੀ ਮੈਨੇਜਮੈਂਟ ਜਿਹੜੀ ਆ ਉਹ ਮਿਲੀ ਭੁਗਤ ਕਰਕੇ ਔਰ ਗਵਰਨਮੈਂਟ ਤੱਕ ਉਹ ਚੀਜ਼ਾਂ ਹੀ ਨਾ ਪਹੁੰਚ ਰਹੀਆਂ ਹੋਣ। ਅਜਿਹਾ ਕਾਲਜ ਜਿਸ ਦੇ ਵਿੱਚ ਮੰਨ ਲਓ 500 ਵਿਦਿਆਰਥੀ ਹੈ ਇੱਕ ਕਲਾਸ ਦੇ ਵਿੱਚ, ਤਾਂ 500 ਦਾ 500 ਹੀ ਪੰਜਾਬੀ। ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਜੇ ਉਹ ਇੰਟਰਨੈਸ਼ਨਲ ਪੱਧਰ ਦੀ ਐਜੂਕੇਸ਼ਨ ਦੇ ਰਿਹਾ ਤਾਂ ਉੱਥੇ ਕਿਸੇ ਹੋਰ ਮੁਲਕ ਤੋਂ ਕੋਈ ਬੱਚਾ ਹੀ ਨਹੀਂ ਆਇਆ, ਕਿਸੇ ਹੋਰ ਮੁਲਕ ਤੋਂ ਤਾਂ ਕੀ ਆਉਣਾ, ਕੋਈ ਸਥਾਨਕ ਬੱਚਾ ਵੀ ਨਹੀਂ ਆਇਆ। ਇਸ ਦਾ ਮਤਲਬ ਇਹ ਨੈਕਸਸ ਚੱਲ ਰਿਹਾ। ਪ੍ਰੋ ਪੰਜਾਬ TV ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਇਮੀਗ੍ਰੇਸ਼ਨ ਨੂੰ ਲੈ ਕੇ ਅਸੀਂ ਖਾਸ ਚਰਚਾ ਕਰ ਰਹੇ ਹਾਂ ਅੱਜ ਇਸ ਟੌਪਿਕ ਦੇ ਉੱਪਰ ਕਿ ਕੈਨੇਡਾ, ਅਮਰੀਕਾ, USA, UK ਸਮੇਤ तमाम ਦੇਸ਼ਾਂ ਦੇ ਵਿੱਚ ਜਿਹੜੇ ਸਟੂਡੈਂਟਸ ਜ਼ਿਆਦਾ ਮੂਵ ਹੋ ਰਹੇ ਨੇ ਪੰਜਾਬ ਦੇ ਨਾਲ ਸੰਬੰਧ ਰੱਖਣ ਵਾਲੇ ਹੀ ਨੇ, ਪਰ ਏਜੰਟ ਕਿਸ ਤਰੀਕੇ ਦੇ ਨਾਲ, ਲਾਲਚੀ ਜੋ ਏਜੰਟ ਨੇ ਔਰ ਫਰਜ਼ੀ ਏਜੰਟ ਕਹਿ ਸਕਦੇ ਹਾਂ ਜਾਂ ਲਾਲਚੀ ਕਾਲਜ ਜਿਹੜੇ ਨੇ ਵਿਦੇਸ਼ਾਂ ਦੇ, ਉਹ ਕਿਸ ਤਰੀਕੇ ਦੇ ਨਾਲ ਠੱਗੀ ਕਰਦੇ ਨੇ, ਕਿਸ ਤਰੀਕੇ ਦੇ ਨਾਲ ਧੋਖਾਧੜੀ ਤੁਹਾਡੇ ਨਾਲ ਹੁੰਦੀ ਹੈ। ਇਸ ਚੀਜ਼ ਨੂੰ ਲੈ ਕੇ ਖਾਸ ਰਿਪੋਰਟ ਲੈ ਕੇ ਅਸੀਂ ਹਾਜ਼ਰ ਹਾਂ। ਕਰਨ ਹਾਂਡਾ ਮੇਰੇ ਸਹਿਯੋਗੀ ਮੇਰੇ ਨਾਲ ਨੇ, ਜਿਨ੍ਹਾਂ ਨੇ ਖਾਸ ਤੌਰ ਤੇ ਰਿਸਰਚ ਇਸ ਪੂਰੇ ਇਸ਼ੂ ਦੇ ਉੱਪਰ ਕੀਤੀ ਹੈ। ਗੱਲਬਾਤ ਇਹਨਾਂ ਨਾਲ ਕਰਾਂਗੇ ਅੱਜ ਅਸੀਂ ਪੂਰੇ ਇਸ ਟੌਪਿਕ ਨੂੰ ਲੈ ਕੇ। ਕਰਨ, ਜਿਹੜੀ ਜਾਣਕਾਰੀਆਂ ਤੁਸੀਂ ਰਿਸਰਚ ਵੀ ਇਸ ਪੂਰੇ ਇਸ਼ੂ ਦੇ ਉੱਪਰ ਕੀਤੀ ਕਿ ਜਿਸ ਤਰੀਕੇ ਦੇ ਨਾਲ ਲਾਲਚੀ ਕਾਲਜ ਨੇ, ਫਰਜ਼ੀ ਏਜੰਟ ਨੇ ਜਿਨ੍ਹਾਂ ਦੇ ਕੋਲ ਜਾਣਕਾਰੀਆਂ ਹੀ ਨਹੀਂ ਨੇ ਔਰ ਇਹ ਕਿਸ ਤਰੀਕੇ ਨਾਲ ਗੁੰਮਰਾਹ ਕਰ ਰਹੇ ਔਰ ਪੰਜਾਬ ਦੇ ਵਿੱਚ ਤਾਂ ਨੈਕਸਸ ਇਹਨਾਂ ਦਾ ਬਹੁਤ ਵੱਡਾ। ਜੀ ਬਿਲਕੁਲ ਵਿਕਰਮ, ਆਪਾਂ ਵੀ ਦੇਖਦੇ ਹਾਂ ਸ਼ਹਿਰ ਭਾਵੇਂ ਕੋਈ ਵੀ ਹੋਵੇ, ਜੇਕਰ ਤੁਸੀਂ ਪੰਜਾਬ ਦੇ ਵਿੱਚੋਂ ਤੁਹਾਨੂੰ ਇੱਕ ਗਲੀ ਦੇ ਵਿੱਚ, ਇੱਕ ਮਾਰਕੀਟ ਦੇ ਵਿੱਚ 2 ਏਜੰਟ, ਟਰੈਵਲ ਏਜੰਟ ਮਿਲ ਜਾਣਗੇ, ਜਿਨ੍ਹਾਂ ਨੂੰ ਕਈ ਵਾਰ ਉਹਨਾਂ ਦੇ ਬਾਹਰ ਬੋਰਡ ਲੱਗਿਆ ਹੁੰਦਾ ਹੈ ਕਿ ਐਜੂਕੇਸ਼ਨ ਏਜੰਟਸ, ਜਦ ਕਿ ਉਹਨਾਂ ਦਾ ਐਜੂਕੇਸ਼ਨ ਨਾਲ ਕੋਈ ਤਾਲੁਕਾਤ ਹੀ ਨਹੀਂ। ਕੁਝ ਕੁ ਅੰਕੜੇ ਅਜਿਹੇ ਸਾਹਮਣੇ ਆਏ ਨੇ, ਜਿਵੇਂ ਕਿ ਇਸ ਵਾਰ ਕੈਨੇਡਾ ਨੇ ਰਿਕਾਰਡ ਤੋੜ PR ਦਿੱਤੀਆਂ। 4,37,000 ਪੰਜਾਬੀਆਂ ਨੂੰ PR ਦਿੱਤੀ ਗਈ, ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਂ ਬਾਹਰਲੇ ਪ੍ਰਵਾਸੀਆਂ ਨੂੰ PR ਦਿੱਤੀ ਗਈ। ਪਰ ਇਹਨਾਂ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ, ਉਹਨਾਂ ਦੇ ਵਿੱਚ ਵੱਡੀ ਗਿਣਤੀ ਸਟੂਡੈਂਟਸ ਦੀ ਹੈ, ਜਿਨ੍ਹਾਂ ਕੋਲ ਏਜੰਟਾਂ ਕੋਲ ਆਪਾਂ ਜਾਂਦੇ ਹਾਂ, ਜਿਨ੍ਹਾਂ ਕੋਲ ਸਟੂਡੈਂਟਸ ਜਾਂਦੇ ਨੇ ਕਿ ਅਸੀਂ ਵਿਦੇਸ਼ ਪੜ੍ਹਾਈ ਕਰਨ ਜਾਣਾ ਹੈ। ਅੱਗਿਓਂ ਕਾਲਜ ਸੁਜੈਸਟ ਕੀਤਾ ਜਾਂਦਾ ਤਾਂ ਅਕਸਰ ਬੱਚਾ ਸੋਚਦਾ ਹੈ ਕਿ ਸ਼ਾਇਦ ਇਹ ਬਹੁਤ ਵਧੀਆ ਕਾਲਜ ਹੈ। ਪਰ ਕੀ ਇਹ ਮੰਨਿਆ ਜਾ ਸਕਦਾ ਹੈ ਕਿ ਸੱਚੀ ਮੁੱਚੀ ਏਜੰਟ ਬੱਚਿਆਂ ਦੇ ਭਵਿੱਖ ਲਈ ਚਿੰਤਤ ਹੈ ਜਾਂ ਉਸ ਨੂੰ ਕੋਈ ਫਿਕਰ ਹੈ, ਜਾਂ ਉਹ ਸੱਚੀ ਮੁੱਚੀ ਕੋਈ ਵਧੀਆ ਕਾਲਜ ਸੁਜੈਸਟ ਕਰ ਰਿਹਾ? ਇਸ ਲਈ ਜਦੋਂ ਥੋੜ੍ਹੀ ਬਹੁਤ ਰਿਸਰਚ ਕੀਤੀ ਗਈ ਤਾਂ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਕਿ ਨਾ ਸਿਰਫ ਇਹ ਏਜੰਟ ਧੋਖਾ ਕਰ ਰਹੇ ਨੇ, ਕਿਤੇ ਨਾ ਕਿਤੇ ਕੈਨੇਡਾ ਦੀ ਸਰਕਾਰ ਵੀ ਬਹੁਤ ਸਾਰੇ ਸੱਚਾਂ ਨੂੰ ਵੇਖ ਕੇ ਵੀ ਅੱਖ ਤੋਂ ਪਰੇ ਕਰ ਰਹੀ ਹੈ, ਅਣਗੌਲਾ ਕਰ ਰਹੀ ਹੈ। ਵੱਧ ਤੋਂ ਵੱਧ ਸਟੂਡੈਂਟਾਂ ਨੂੰ ਇੱਕ ਗ੍ਰਾਹਕ ਵਾਂਗੂ ਟਰੀਟ ਕਰ ਰਹੇ ਨੇ ਕੈਨੇਡਾ ਦੇ ਕਾਲਜ। ਇਹ ਸਭ ਕੁਝ ਸਰਕਾਰ ਦੀ ਅੱਖਾਂ ਸਾਹਮਣੇ ਹੋ ਰਿਹਾ, ਕਿਤੇ ਨਾ ਕਿਤੇ ਵੱਡੇ ਆਗੂਆਂ ਦੇ ਸਾਹਮਣੇ ਵੀ ਸਭ ਕੁਝ ਵਾਪਰ ਰਿਹਾ। ਸਟੂਡੈਂਟ ਸਫਰ ਕਰ ਰਹੇ ਨੇ, ਪਰ ਕੈਨੇਡਾ ਵਾਸਤੇ ਇਹ ਸਿਰਫ ਤੇ ਸਿਰਫ
ਚੀਪ ਲੇਬਰ ਹੈ ਤੇ ਨਾਲ ਦੀ ਨਾਲ ਜਿਹੜੇ ਸਟੂਡੈਂਟਸ ਨੇ ਉਹ ਲੱਖਾਂ ਹੀ ਡਾਲਰ ਕੈਨੇਡਾ ਦੀ ਇਕਨੋਮੀ 'ਚ ਵੀ ਪਾ ਰਹੇ ਨੇ। ਤਾਂ ਇੱਕ ਉਦਾਹਰਨ ਦੇ ਤੌਰ ਤੇ ਇੱਕ ਕਾਲਜ ਹੈ ਅਲਫਾ ਕਾਲਜ, ਜੋ ਕਿ ਟੋਰਾਂਟੋ ਦੇ ਇਰਦ ਗਿਰਦ ਪੈਂਦਾ, ਜਿਸ ਦੇ ਨਾਲ ਜੁੜੀ ਇੱਕ ਵੱਡੀ ਪ੍ਰੋਟੈਸਟ ਵੀ ਹੋਈ ਸੀ। ਕਾਫੀ ਸਾਰੇ ਪੰਜਾਬੀ ਉਸ ਕਾਲਜ ਦੇ ਬਾਹਰ ਪ੍ਰੋਟੈਸਟ ਕਰਦੇ ਨਜ਼ਰ ਆਏ ਸੀ। ਦੋਸ਼ ਇਹ ਲੱਗੇ ਸੀ ਕਿ ਜਿੰਨੀਆਂ ਵੀ ਸੀਟਾਂ ਉਸ ਕਾਲਜ ਦੇ ਕੋਲ ਸੀ, ਉਸ ਤੋਂ ਵੱਧ ਬੱਚੇ ਉੱਥੇ ਪਹੁੰਚ ਗਏ। ਉਹ ਕਹਿੰਦੇ ਜੀ ਸਾਡੇ ਏਜੰਟ ਨੇ ਤੁਹਾਡੇ ਰਾਹੀਂ ਭੇਜਿਆ ਸੀ, ਤੁਸੀਂ ਵੀ ਸਾਡੀ ਐਪਲੀਕੇਸ਼ਨ ਐਕਸੈਪਟ ਕੀਤੀ ਸੀ, ਸਾਡੀ ਐਡਮਿਸ਼ਨ ਤੁਹਾਡੇ ਕੋਲ ਹੈ। ਕਾਲਜ ਜਗਾਤ 'ਚ ਕਹਿੰਦਾ ਕਿ ਸਾਡੇ ਕੋਲ ਤਾਂ ਇੰਨੀਆਂ ਸੀਟਾਂ ਨੇ, ਅਸੀਂ ਇੰਨੇ ਇਨਰੋਲ ਕਰ ਸਕਦੇ ਹਾਂ, ਬਾਕੀਆਂ ਨੂੰ ਅਸੀਂ ਐਡਮਿਸ਼ਨ ਨਹੀਂ ਦੇ ਸਕਦੇ। ਪਰ ਇਹ ਹੋ ਕਿਵੇਂ ਗਿਆ? ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਏਜੰਟ ਨੇ ਝੂਠ ਮਾਰਿਆ ਤੇ ਸਭ ਕੁਝ ਹੋ ਗਿਆ। ਕਿਤੇ ਨਾ ਕਿਤੇ ਕਾਲਜ ਦੀ ਵੀ ਗਲਤੀ ਹੈ। ਤਾਂ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਕਾਲਜ ਵਾਸਤੇ ਸਟੂਡੈਂਟ ਨਹੀਂ, ਇਸ ਵੇਲੇ ਗ੍ਰਾਹਕ ਬਣ ਚੁੱਕਿਆ। ਪਰ ਜਿੱਥੇ ਹੀ ਗਵਰਨਮੈਂਟ ਦੀ ਅਸੀਂ ਗੱਲ ਕਰਦੇ ਹਾਂ ਤਾਂ ਗਵਰਨਮੈਂਟ ਤਾਂ ਬਹੁਤ ਇਸ ਚੀਜ਼ ਨੂੰ ਲੈ ਕੇ ਸਖਤ ਆ। ਖਾਸ ਤੌਰ ਤੇ ਗਵਰਨਮੈਂਟ ਕਹਿੰਦੀ ਕਿ ਰੂਲ ਸਾਰਿਆਂ ਲਈ ਇੱਕੋ ਜਿਹੇ ਨੇ, ਭਾਵੇਂ ਇੰਟਰਨੈਸ਼ਨਲ ਸਟੂਡੈਂਟ ਵੀ ਨੇ ਉਹ ਸਾਡੇ ਕੋਲੇ ਆ ਰਹੇ ਨੇ, ਕੁਝ ਚੰਗਾ ਸੋਚ ਕੇ ਸਾਡਾ ਦੇਸ਼ ਉਹਨਾਂ ਨੂੰ ਚੰਗਾ ਲੱਗਿਆ ਇਸੇ ਕਰਕੇ ਆ ਰਹੇ ਨੇ। ਪਰ ਉੱਥੇ ਜਿਹੜੇ ਖਾਸ ਤੌਰ ਤੇ ਇਹ ਵੀ ਹੋ ਸਕਦਾ ਕਿ ਕਾਲਜਸ ਜਿਹੜੇ ਆ ਉੱਥੋਂ ਦੀ ਮੈਨੇਜਮੈਂਟ ਜਿਹੜੀ ਆ ਉਹ ਮਿਲੀ ਭੁਗਤ ਕਰਕੇ ਔਰ ਗਵਰਨਮੈਂਟ ਤੱਕ ਉਹ ਚੀਜ਼ਾਂ ਹੀ ਨਾ ਪਹੁੰਚ ਰਹੀਆਂ ਹੋਣ। ਦੇਖੋ, ਮੈਨੇਜਮੈਂਟ ਵੀ ਤੇ ਸਰਕਾਰ ਵੀ, ਕਿਉਂਕਿ ਵਿਕਰਮ ਕੈਨੇਡਾ ਵਾਲੇ ਪੰਜਾਬੀਆਂ ਨੂੰ ਇਸ ਲਈ ਉੱਧਰ ਪ੍ਰਵਾਸ ਨਹੀਂ ਕਰਵਾ ਰਹੇ ਕਿ ਉਹਨਾਂ ਨੂੰ ਪੰਜਾਬੀਆਂ ਦੀ ਕੋਈ ਫਿਕਰ ਹੋ ਗਈ ਆ ਵੀ ਪੰਜਾਬੀਆਂ ਨੂੰ ਪੜ੍ਹਾਉਣਾ। ਉਹਨਾਂ ਨੂੰ ਫਿਕਰ ਹੈ ਤਾਂ ਆਪਣੀ ਇਕਨੋਮੀ ਦੀ, ਉਹਨਾਂ ਨੂੰ ਲੋੜ ਹੈ ਤੇ ਆਪਣੇ ਕੰਮਾਂ ਵਾਸਤੇ ਲੇਬਰ ਦੀ, ਉਹਨਾਂ ਨੂੰ ਵਰਕਫੋਰਸ ਦੀ ਲੋੜ ਹੈ, ਉਹਨਾਂ ਨੂੰ ਇਕਨੋਮੀ 'ਚ ਪੈਂਦੇ ਬਾਹਰਲੀ ਕਰੰਸੀ ਦੀ ਲੋੜ ਹੈ, ਜਿਸ ਵਾਸਤੇ ਉਹ ਸਾਰੇ ਪ੍ਰੋਗਰਾਮ ਚਲਾਉਂਦੇ ਨੇ। ਤੇ ਪੰਜਾਬੀ ਆਪਣੇ ਨਿੱਜੀ ਹਿੱਤਾਂ ਵਾਸਤੇ ਜਾਂਦੇ ਨੇ। ਕਈ ਵਾਰ ਕਰਨਾ ਅਸੀਂ ਦੇਖਦੇ ਹਾਂ ਕਿ ਉਹ ਵੀ ਆਉਂਦੀਆਂ ਨੋਟੀਫਿਕੇਸ਼ਨਸ ਜਾਰੀ ਹੁੰਦੀਆਂ ਬਕਾਇਦਾ ਤੌਰ ਤੇ, ਇਸ਼ਤਿਹਾਰ ਇਸ ਚੀਜ਼ ਨੂੰ ਲੈ ਕੇ ਆਉਂਦੇ ਆ ਕਿ ਇੰਨੀਆਂ ਨੌਕਰੀਆਂ ਜਾਂ ਇੰਨੇ ਕਾਮਿਆਂ ਦੀ ਲੋੜ ਆ ਜਾਂ ਇੰਨੇ ਲੇਬਰ ਦੀ ਲੋੜ ਆ ਖਾਸ ਤੌਰ ਤੇ। ਉਸ ਤੋਂ ਬਾਅਦ ਤਾਂ ਧੜਾ ਵੀਜ਼ੇ ਵੀ ਖੁੱਲਦੇ ਆ ਜਦੋਂ ਇਸ ਤਰ੍ਹਾਂ ਦੇ ਇਸ਼ਤਿਹਾਰ ਆਉਂਦੇ ਆ ਨਾ। ਤੇ ਜਦੋਂ ਵੀਜ਼ੇ ਖੁੱਲਦੇ ਆ, ਹੁਣ ਇੱਕ ਪਬਲਿਕ ਕਾਲਜ ਹੋ ਗਏ, ਭਾਵ ਕਿ ਸਰਕਾਰੀ ਕਾਲਜ ਹੋ ਗਏ, ਉੱਥੋਂ ਦੇ ਸਰਕਾਰੀ ਯੂਨੀਵਰਸਿਟੀਆਂ ਦੇ ਅਧੀਨ ਜੋ ਐਫੀਲੀਏਟਡ ਨੇ, ਕੁਝ ਕੁ ਹੁਣ ਪ੍ਰਾਈਵੇਟ ਪਲੇਅਰਸ ਗੇਮ ਦੇ ਵਿੱਚ ਆ ਚੁੱਕੇ ਨੇ। ਇਹ ਸਮਝਣਾ ਪਏਗਾ ਕਿ ਪੰਜਾਬ ਦੇ ਏਜੰਟਾਂ ਤੱਕ ਗੱਲ ਪਹੁੰਚਦੀ ਕਿਵੇਂ ਹੈ। ਕਿਵੇਂ ਇਹ ਏਜੰਟ ਇਹ ਦਾਅਵੇ ਕਰ ਦਿੰਦੇ ਨੇ ਕਿ ਅਸੀਂ ਫਲਾਣੇ ਕਾਲਜ 'ਚ ਭੇਜ ਦਿਆਂਗੇ, ਤੁਹਾਡੀ PR ਵੀ ਮਿੰਟਾਂ 'ਚ ਆ ਜੂਗੀ, ਚੱਕਰ ਹੀ ਕੋਈ ਨਹੀਂ, ਤੁਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਹਾਂਜੀ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਅੰਗਰੇਜ਼ੀ ਦੀ ਵੀ ਲੋੜ ਨਹੀਂ, ਆਇਲਸ ਦੀ ਵੀ ਲੋੜ ਨਹੀਂ। ਕਿਵੇਂ ਇਹ ਦਾਅਵੇ ਕਰ ਦਿੰਦੇ ਨੇ? ਅਸਲ 'ਚ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਤਾਂ ਫਿਰ ਵੀ ਕਿਤੇ ਨਾ ਕਿਤੇ ਆਡਿਟ ਹੋ ਰਿਹਾ, ਕੁਆਲਿਟੀ ਚੈੱਕ ਹੋ ਰਿਹਾ ਕਿ ਇਹ ਸੱਚੀ ਮੁੱਚੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਬੁਲਾ ਰਹੇ ਨੇ ਜਿਹੜੇ ਇਹ ਕਾਲਜ, ਉਹਨਾਂ ਦੇ ਵਿੱਚ ਕੋਈ ਕੁਆਲਿਟੀ ਇਨਫਰਾਸਟ੍ਰਕਚਰ ਵੀ ਹੈ, ਕੋਈ ਸਟਾਫ ਵੀ ਹੈ, ਫੈਕਲਟੀ ਵੀ ਹੈ। ਪਰ ਇਹਨਾਂ ਨੇ ਕੀ ਕੀਤਾ ਹੈ, ਹੁਣ ਸਰਕਾਰੀ ਜਿਹੜੇ ਕਾਲਜ ਨੇ, ਸਰਕਾਰੀ ਅਦਾਰਿਆਂ ਦੀ ਇੱਕ ਪਾਰਟਨਰਸ਼ਿਪ ਹੋ ਚੁੱਕੀ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ। ਯਾਨੀ ਕਿ ਇੱਕ ਸੇਂਟ ਲਾਰੈਂਸ ਸਕੂਲ ਹੈ, ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ, ਟੋਰਾਂਟੋ ਦੇ ਵਿੱਚ, ਜੋ ਕਿ ਪਬਲਿਕ ਅਦਾਰਾ ਹੈ, ਪਰ ਉਸ ਦੀ ਪ੍ਰਾਈਵੇਟ ਪਾਰਟਨਰਸ਼ਿਪ ਹੈ ਅਲਫਾ ਕਾਲਜ ਦੇ ਨਾਲ, ਜੋ ਕਿ ਅੱਗਿਓਂ ਹਜ਼ਾਰਾਂ ਜਿਹੜੇ ਸਟੂਡੈਂਟਸ ਨੂੰ ਬੁਲਾਉਂਦਾ ਹੈ। ਹੁਣ ਇਹ ਖੁਲਾਸਾ ਹੈਰਾਨੀਜਨਕ ਸੀ ਸਾਹਮਣੇ ਆਇਆ ਕਿ ਇੱਕ ਅਜਿਹਾ ਕਾਲਜ ਜਿਸ ਦੇ ਵਿੱਚ ਮੰਨ ਲਓ 500 ਵਿਦਿਆਰਥੀ ਹੈ ਇੱਕ ਕਲਾਸ ਦੇ ਵਿੱਚ, ਤਾਂ 500 ਦਾ 500 ਹੀ ਪੰਜਾਬੀ। ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਜੇ ਉਹ ਇੰਟਰਨੈਸ਼ਨਲ ਪੱਧਰ ਦੀ ਐਜੂਕੇਸ਼ਨ ਦੇ ਰਿਹਾ ਤਾਂ ਉੱਥੇ ਕਿਸੇ ਹੋਰ ਮੁਲਕ ਤੋਂ ਕੋਈ ਬੱਚਾ ਹੀ ਨਹੀਂ ਆਇਆ, ਕਿਸੇ ਹੋਰ ਮੁਲਕ ਤੋਂ ਤਾਂ ਕੀ ਆਉਣਾ, ਕੋਈ ਸਥਾਨਕ ਬੱਚਾ ਵੀ ਨਹੀਂ ਆਇਆ। ਇਸ ਦਾ ਮਤਲਬ ਇਹ ਨੈਕਸਸ ਚੱਲ ਰਿਹਾ ਕਿਤੇ ਨਾ ਕਿਤੇ ਪ੍ਰਾਈਵੇਟ ਪਲੇਅਰਸ, ਵੱਡੀਆਂ ਕਾਰਪੋਰੇਸ਼ਨਾਂ ਇਹਨਾਂ ਕਾਲਜਾਂ ਦੇ ਨਾਲ ਇੱਕ ਮੁੱਠਾ ਮਾਰਦੀਆਂ ਨੇ, ਕਿਤੇ ਨਾ ਕਿਤੇ ਸੌਦਾ ਕੀਤਾ ਜਾਂਦਾ ਤੇ ਫਿਰ ਇੱਕ ਕੰਟਰੈਕਟ ਤਿਆਰ ਹੁੰਦਾ ਹੈ। ਹੁਣ ਇੱਕ ਨਿੱਜੀ ਕਾਲਜ ਦਾ ਇੱਕ ਪ੍ਰਾਈਵੇਟ ਪਲੇਅਰ ਇੱਕ ਵੱਡੀ ਕੰਪਨੀ ਦੇ ਨਾਲ ਕੰਟਰੈਕਟ ਹੋਇਆ ਕਿ ਤੁਸੀਂ ਸਾਨੂੰ ਇੰਨੇ ਬੱਚੇ ਲਿਆ ਕੇ ਦਿਓ, ਅਸੀਂ ਤੁਹਾਨੂੰ ਇੰਨੇ ਲੱਖ ਡਾਲਰ ਦੇਵਾਂਗੇ। ਫਿਰ ਉਹ ਵੱਡੀ ਕੰਪਨੀ ਨਾ ਜਾਣੇ ਕਿੰਨੇ ਹੀ ਹਜ਼ਾਰਾਂ ਏਜੰਟਾਂ ਨੂੰ ਇਹੀ ਕੰਟਰੈਕਟ ਅੱਗੇ ਦੇ ਦਿੰਦੀ ਹੈ ਤੇ ਫਿਰ ਉਹ ਏਜੰਟ ਪੰਜਾਬ ਦੇ ਵਿੱਚ ਆ ਕੇ ਬੱਚਿਆਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਨੇ ਤੇ ਉਹਨਾਂ ਕਾਲਜਾਂ ਦਾ ਨਾਂ ਹੀ ਸੁਜੈਸਟ ਕਰਦੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਵੱਧ ਫਾਇਦਾ ਮਿਲੇ, ਜਾਂ ਫਿਰ ਉਹਨਾਂ ਕਾਲਜਾਂ ਦਾ ਨਾਂ ਹੀ ਸੁਜੈਸਟ ਕਰਦੇ ਨੇ ਜਿਨ੍ਹਾਂ ਦਾ ਕੰਟਰੈਕਟ ਹੋਇਆ ਇਹਨਾਂ ਏਜੰਟਾਂ ਦੀ ਮਾਲਕ ਕੰਪਨੀ ਦੇ ਨਾਲ। ਮਾਲਕ ਤੋਂ ਭਾਵ ਜਿਹੜੀ ਕੰਪਨੀ ਦਾ ਕਾਲਜ ਨਾਲ ਕੰਟਰੈਕਟ ਹੋਇਆ, ਉਹ ਕੰਪਨੀ ਫਿਰ ਅੱਗਿਓਂ ਅਜਿਹੇ ਹਜ਼ਾਰਾਂ ਏਜੰਟਾਂ ਨੂੰ ਅਪਰੋਚ ਕਰਦੀ ਹੈ ਕਿ ਸਾਨੂੰ ਬੱਚੇ ਲਿਆ ਕੇ ਦਿਓ। ਤਾਂ ਇੱਕ ਵੱਡਾ ਬਿਜ਼ਨਸ ਚੱਲ ਰਿਹਾ ਜਿਸ ਦੇ ਵਿੱਚ ਕਾਲਜ ਵੀ ਖੱਟ ਰਹੇ ਨੇ, ਕੈਨੇਡਾ ਸਰਕਾਰ ਵੀ ਖੱਟ ਰਹੀ ਹੈ, ਉਹਨਾਂ ਦੀ ਇਕਨੋਮੀ ਵੀ ਵੱਧ ਰਹੀ ਹੈ, ਉਹਨਾਂ ਨੂੰ ਲੇਬਰ ਵੀ ਮਿਲ ਰਹੀ ਹੈ। ਪੰਜਾਬੀਆਂ ਦੀ ਸੋਚ ਕਿਤੇ ਨਾ ਕਿਤੇ ਉੱਥੇ ਹੀ ਫਸੀ ਹੋਈ ਹੈ। ਪੜ੍ਹਾਈ ਨੂੰ ਤਾਂ ਮੇਰੇ ਖਿਆਲ ਬਹੁਤਿਆਂ ਨੇ ਤਿਆਗ ਦਿੱਤਾ, ਸਿਰਫ ਇਹੀ ਮਨਸ਼ਾ ਹੁੰਦੀ ਹੈ ਕਿ ਕੈਨੇਡਾ ਜਾਈਏ, ਲੇਬਰ ਕਰੀਏ। ਤਾਂ ਲੱਖਾਂ ਦੇ ਲੱਖ ਕਿਤੇ ਨਾ ਕਿਤੇ ਇਸ ਸੋਚ ਨਾਲ ਲਾ ਦਿੱਤੇ ਜਾਂਦੇ ਨੇ ਕਿ ਅਸੀਂ ਉੱਥੇ ਜਾ ਕੇ ਦਿਹਾੜੀ ਨੂੰ ਜੌਬ ਕਹਿਣ ਲੱਗ ਜਾਵਾਂਗੇ, ਸਾਡੇ ਕੋਲ 4 ਪੈਸੇ ਆ ਜਾਣਗੇ ਬਹੁਤ ਸਾਲ ਕੰਮ ਕਰਕੇ
ਤੇ ਕੁਝ ਰੁਜ਼ਗਾਰ ਚੱਲਦਾ ਹੋ ਜਾਊਗਾ। ਇਸ ਦੇ ਵਿੱਚ ਪੜ੍ਹਾਈ ਤਾਂ ਕਿਤੇ ਨਾ ਕਿਤੇ ਬਾਹਰ ਹੋ ਚੁੱਕੀ ਹੈ ਗੇਮ 'ਚ। ਪਰ ਇਹ ਜਿਹੜੀ ਚੀਜ਼ ਦਾ ਇਹਦਾ ਵੀ ਜ਼ਿਕਰ ਕਰਾਂਗੇ, ਪਰ ਇਹ ਹਾਲਾਤ ਵੀ ਤਾਂ ਸਾਡੀਆਂ ਸਰਕਾਰਾਂ ਦੇ ਕਰਕੇ ਪੈਦਾ ਹੋਏ ਨਾ। ਸਾਡੀਆਂ ਸਰਕਾਰਾਂ ਰੋਜ਼ਗਾਰ ਨਹੀਂ ਦੇ ਪਾ ਰਹੀਆਂ, ਰੋਜ਼ਗਾਰ ਹੀ ਹੈ ਨਹੀਂ। ਜਦੋਂ ਰੋਜ਼ਗਾਰ ਨਾ ਮਿਲੂਗਾ ਸਰਕਾਰਾਂ ਤੋਂ, ਹਾਲਾਤਾਂ ਤੋਂ, ਸਿਸਟਮ ਤੋਂ, ਜਦੋਂ ਬੰਦਾ ਬਹੁਤ ਨੈਗੇਟਿਵ ਹੋ ਜਾਂਦਾ, ਜਦੋਂ ਬੰਦਾ ਸਾਰੇ ਹਥਿਆਰ ਸੁੱਟ ਦਿੰਦਾ, ਬੰਦਾ ਕਹਿੰਦਾ ਮੈਂ ਤਾਂ ਸਭ ਕੁਝ ਵਰਤ ਕੇ ਦੇਖ ਲਿਆ, ਨੌਕਰੀਆਂ ਨਹੀਂ ਮਿਲ ਰਹੀਆਂ, ਇੰਨੇ ਪੜ੍ਹੇ ਲੋਕ ਬੀਐਡ ਕਰੇ ਹੋਏ ਟੈਂਕੀਆਂ ਤੇ ਚੜ੍ਹ ਜਾਂਦੇ ਆ, ਉਸ ਤੋਂ ਬਾਅਦ ਹੀ ਫਿਰ ਲੋਕ ਕਹਿੰਦੇ ਵੀ ਠੀਕ ਹੈ ਪ੍ਰਵਾਸ, ਉਸ ਤੋਂ ਬਾਅਦ ਇਹ ਚੁਣਿਆ ਜਾਂਦਾ ਫਿਰ। ਜੀ ਬਿਲਕੁਲ, ਸਰਕਾਰਾਂ ਦੀ ਤਾਂ ਕਿਤੇ ਨਾ ਕਿਤੇ ਇਸ ਦੇ ਵਿੱਚ ਕਮੀ ਕਿਉਂਕਿ ਅਸੀਂ ਇਕੱਲੇ ਕੈਨੇਡਾ ਸਰਕਾਰ ਦੀ ਗੱਲ ਕਰ ਰਹੇ ਹਾਂ। ਹਰ ਦੇਸ਼ ਨੇ ਆਪਣੇ ਮੁਲਕ ਦੀ ਅਰਥ ਵਿਵਸਥਾ ਜਿਹੜੀ ਉਹ ਦੇਖਣੀ ਹੈ, ਇਕਨੋਮੀ ਦੇਖਣੀ ਹੈ ਹਰ ਗਵਰਨਮੈਂਟ ਨੇ ਆਪਣੀ। ਪਰ ਉੱਥੇ ਹੀ ਉਹਨਾਂ ਨੂੰ ਚੰਗਾ ਲੱਗ ਰਿਹਾ ਕਿ ਸਾਡੇ ਕੋਲ ਪੈਸੇ ਆ ਰਹੇ ਆ, ਉਹਨਾਂ ਤਾਂ ਵੀਜ਼ਾ ਫਾਈਲਾਂ ਜਾਂਦੀਆਂ ਤਾਂ ਪੈਸੇ ਮਿਲਦੇ ਉਹਨਾਂ ਨੂੰ ਤਾਂ ਡਾਲਰ ਕਲੈਕਸ਼ਨ ਹੋ ਰਹੀ ਹੈ। ਪਰ ਗੱਲ ਇਹ ਹੈ ਕਿ ਇੱਧਰੋਂ ਪੰਜਾਬ ਖਾਲੀ ਹੋ ਰਿਹਾ, ਇਹਦੇ ਲਈ ਵੀ ਜ਼ਿੰਮੇਵਾਰੀ ਸਾਨੂੰ ਤੈਅ ਕਰਨੀ ਪੈਣੀ। ਖੈਰ ਅਸੀਂ ਅੱਜ ਗੱਲ ਹੋਰ ਟੌਪਿਕ ਤੇ ਕਰ ਰਹੇ ਹਾਂ। ਇਸ ਚੀਜ਼ ਨੂੰ ਲੈ ਕੇ ਜਾਂਚ ਪੜਤਾਲ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਉਹਨਾਂ ਦੇ ਵਿੱਚ ਬਹੁਤ ਟਰਾਂਸਪੇਰੈਂਸੀ ਹੈ, ਟਰਾਂਸਪੇਰੈਂਟ ਨੇ ਬਹੁਤ ਸਾਰੇ। ਜਾਂਚ ਪੜਤਾਲਾਂ ਕੁਝ ਵੀ ਨਹੀਂ, ਜਾਂਚ ਦੇ ਨਾਂ ਤੇ ਕੀ ਹੈ? ਟਰਾਂਸਪੇਰੈਂਸੀ ਹੈ, ਤਾਂ ਹੀ ਕਰਕੇ ਇੰਨੀ ਜਾਣਕਾਰੀ ਵੀ ਸਾਹਮਣੇ ਆ ਗਈ ਕਿ ਜਿਹੜੇ ਪਬਲਿਕ ਕਾਲਜ ਨੇ ਉਹਨਾਂ ਦੇ ਪਬਲਿਕ ਓਨਡ ਨੇ, ਭਾਵ ਕਿ ਸਰਕਾਰੀ ਨੇ, ਉਹਨਾਂ ਦੇ ਵਿੱਚ ਤਾਂ ਆਡਿਟ ਹੋ ਰਿਹਾ, ਕੁਆਲਿਟੀ ਚੈੱਕ ਹੋ ਰਿਹਾ। ਪਰ ਜਿੰਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜ ਨੇ, ਯਾਨੀ ਕਿ ਇੱਕ ਸਰਕਾਰੀ ਕਾਲਜ ਦੇ ਅਧੀਨ ਪਤਾ ਨਹੀਂ ਕਿੰਨੇ ਹੀ ਪ੍ਰਾਈਵੇਟ ਪਲੇਅਰਸ ਜੁੜ ਚੁੱਕੇ ਨੇ, ਜਿਹੜੇ ਅੱਗੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾ ਕੇ ਪੜ੍ਹਾ ਰਹੇ ਨੇ। ਉਹ ਸਿਰਫ ਪੈਸੇ ਵਾਸਤੇ ਕੰਮ ਕਰ ਰਹੇ ਨੇ ਤੇ ਅਜਿਹੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉੱਤੇ ਇੱਕ ਵੀ ਇੰਡੀਪੈਂਡੈਂਟ ਕੁਆਲਿਟੀ ਆਡਿਟ ਹਾਲੇ ਤੱਕ ਨਹੀਂ ਹੋਇਆ। ਇਹ ਸਰਕਾਰ ਦੇ ਹੀ ਵੱਲੋਂ ਜਾਣਕਾਰੀ ਸਾਹਮਣੇ ਰੱਖੀ ਗਈ, ਇਹ ਟਰਾਂਸਪੇਰੈਂਸੀ ਉਹਨਾਂ ਵੱਲੋਂ ਕਿ ਜਾਣਕਾਰੀ ਆ ਰਹੀ ਹੈ। ਪਰ ਸਰਕਾਰਾਂ ਤੱਕ ਕਿਤੇ ਨਾ ਕਿਤੇ ਇਹ ਤਾਂ ਹੋ ਨਹੀਂ ਸਕਦਾ ਵੀ ਗੱਲ ਜਾ ਨਾ ਰਹੀ ਹੋਵੇ, ਕਿਉਂਕਿ ਟੀਚਰਸ ਵੀ ਉੱਥੋਂ ਦੇ ਵਾਰ-ਵਾਰ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜੇ ਬੱਚੇ ਨਾਈਟ ਸ਼ਿਫਟਾਂ ਲਾ ਰਹੇ ਨੇ, ਜਿਹੜੇ ਲਗਾਤਾਰ ਮਿਹਨਤ ਕਰ ਰਹੇ ਨੇ, ਉਹ ਕਲਾਸ 'ਚ ਕਈ ਵਾਰ ਸੁੱਤੇ ਹੁੰਦੇ ਨੇ, ਉਹਨਾਂ ਨੂੰ ਹੋਰ ਵੀ ਕਈ ਫੈਕਟਰਸ ਤੰਗ ਕਰ ਰਹੇ ਨੇ। ਪਿੱਛੇ ਘਰ ਦੀ ਵੀ ਪਰੇਸ਼ਾਨੀ ਹੁੰਦੀ ਹੈ, ਘਰ ਤੋਂ ਦੂਰ ਬੈਠਿਆਂ ਵੀ 100 ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਤਾਂ ਉੱਥੇ ਹੀ ਇੱਕ ਗੱਲ ਇਹ ਵੀ ਹੈਰਾਨ ਹੋਵੋਗੇ ਤੁਸੀਂ ਜਾਣਗੇ ਕਿ ਯੂਕੇ, ਆਇਰਲੈਂਡ ਤੇ ਆਸਟ੍ਰੇਲੀਆ ਵਰਗੇ ਮੁਲਕਾਂ ਨੇ ਇੱਕ ਕੰਟਰੈਕਟ ਸਾਈਨ ਕੀਤਾ। ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਕਿ ਸਾਡੇ ਕਾਲਜ ਜਾਂ ਨਿੱਜੀ ਕਾਲਜ ਸਾਡੇ ਦੇਸ਼ ਦੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਕਸਪਲੋਇਟ ਕਰ ਰਹੇ ਨੇ, ਗਲਤ ਵਰਤੋਂ ਹੋ ਰਹੀ ਹੈ ਤਾਕਤ ਦੀ, ਨਾ ਸਿਰਫ ਪੈਸਾ ਲੁੱਟਿਆ ਜਾ ਰਿਹਾ ਬਲਕਿ ਉਹਨਾਂ ਦਾ ਭਵਿੱਖ ਵੀ ਖਰਾਬ ਹੋ ਰਿਹਾ, ਸਾਡੇ ਦੇਸ਼ ਦੀ ਛਵੀ ਖਰਾਬ ਹੋ ਰਹੀ ਹੈ। ਤਾਂ ਸਰਕਾਰਾਂ ਨੇ ਇੱਕ ਸੰਧੀ ਕੀਤੀ, ਇੱਕ ਕੰਟਰੈਕਟ ਕੀਤਾ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਤੈਅ ਕੀਤਾ ਕਿ ਅਸੀਂ ਕੋਈ ਵੀ ਨਿੱਜੀ ਪਲੇਅਰਸ, ਯਾਨੀ ਕਿ ਕਿਸੇ ਵੀ ਨਿੱਜੀ ਕੰਪਨੀ ਜਾਂ ਨਿੱਜੀ ਏਜੰਟਾਂ ਦੇ ਰਾਹੀਂ ਪ੍ਰਾਈਵੇਟ ਪਲੇਅਰ ਖਾਸ ਬੱਚਿਆਂ ਨੂੰ ਐਡਮਿਸ਼ਨ ਨਹੀਂ ਕਰਵਾਉਣ ਦੇਵਾਂਗੇ ਕਾਲਜਾਂ ਦੇ ਵਿੱਚ, ਕਿਉਂਕਿ ਇਹ ਏਜੰਟ ਅੱਗੇ ਜਾ ਕੇ ਕੀ ਵਾਅਦੇ ਕਰਦੇ ਨੇ, ਉਹਨਾਂ ਨੂੰ ਕੀ ਭਵਿੱਖ ਵਿਖਾ ਦਿੰਦੇ ਨੇ, ਕੀ ਉਹਨਾਂ ਨੂੰ ਦਿਖਾ ਦਿੰਦੇ ਨੇ ਵੀ ਐਂ ਹੋ ਜਾਊਗਾ ਤੁਹਾਡੀ, ਤਾਂ ਕਹਿੰਦੇ ਅੱਖਾਂ ਬੰਦ ਕਰੋ ਬਸ ਤੁਸੀਂ ਕੈਨੇਡਾ ਪਹੁੰਚ ਗਏ, ਇਹੋ ਜਿਹੇ ਸੁਪਨੇ ਦਿਖਾ ਦਿੰਦੇ ਆ ਤੇ ਜਾਂਦੇ ਆ ਤੁਹਾਡੀ PR। ਤੇ ਅਜਿਹੇ ਵਾਅਦੇ ਜਿਹੜੇ ਕਰਦੇ ਨੇ ਉਹਨਾਂ ਪਲੇਅਰਸ ਨੂੰ ਬਾਹਰ ਕਰਨ ਵਾਸਤੇ ਯੂਕੇ, ਆਇਰਲੈਂਡ, ਆਸਟ੍ਰੇਲੀਆ, ਇਹਨਾਂ ਮੁਲਕਾਂ ਨੇ ਸੰਧੀ ਕੀਤੀ। ਪਰ ਕੈਨੇਡਾ ਸਰਕਾਰ ਨੇ ਉਸ ਸੰਧੀ ਉੱਤੇ ਵੀ ਸਾਈਨ ਕਰਨ ਤੋਂ ਨਾ ਕਰ ਦਿੱਤੀ। ਉਹ ਸੰਧੀ ਉੱਤੇ ਕੈਨੇਡਾ ਦੇ ਸਾਈਨ ਨਹੀਂ ਹੋਏ ਤੇ ਅੱਗੇ ਵੀ ਸ਼ਾਇਦ ਨਹੀਂ ਹੋਣਗੇ, ਕਿਉਂਕਿ ਇਸ ਵਾਰ ਉਹਨਾਂ ਦਾ ਫਿਰ ਬਿਆਨ ਸਾਹਮਣੇ ਆਇਆ ਕਿ ਅਸੀਂ ਹੋਰ ਵੀ ਬੂਸਟ ਅਪ ਕਰਨਾ ਹੈ, ਅਸੀਂ ਹੋਰ ਵੀ ਇੰਟਰਨੈਸ਼ਨਲ ਸਟੂਡੈਂਟਸ ਲੈ ਕੇ ਆਉਣੇ ਨੇ, ਸਾਨੂੰ ਹੋਰ ਵੀ ਲੇਬਰ ਚਾਹੀਦੀ ਹੈ। ਜਦ ਕਿ ਦੂਜੇ ਪਾਸੇ ਇੱਕ ਤਬਕਾ ਇਹ ਵੀ ਖਦਸ਼ਾ ਜਤਾ ਰਿਹਾ ਕਿ ਜਿਵੇਂ 2020 ਦੇ ਵਿੱਚ ਹਾਲਾਤ ਬਣੇ ਸੀ, ਕੈਨੇਡਾ ਦੀ ਇਕਨੋਮੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜਾ ਮੁਸ਼ਕਲਾਂ ਦੇ ਵਿੱਚ ਆ ਸਕਦੀ ਹੈ। ਉੱਥੇ ਇੱਕ ਤਰੀਕੇ ਦੀ ਰਿਸੈਸ਼ਨ, ਇੰਪਲੋਇਮੈਂਟ ਦੀ ਜਿਹੜਾ ਘਾਟਾ ਹੈ ਉਹ ਵੀ ਪੈਦਾ ਹੋ ਸਕਦਾ। ਪਰ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਗਵਰਨਮੈਂਟ ਨੇ ਐਗਰੀਮੈਂਟ ਨਹੀਂ ਕਰਿਆ, ਸਾਈਨ ਨਹੀਂ ਕਰਿਆ, ਉਹ ਤਾਂ ਹਰ ਦੇਸ਼ ਦੀ ਆਪੋ ਆਪਣਾ ਸਿਸਟਮ ਹੈ। ਕੁਝ ਮੁਲਕਾਂ ਨੂੰ ਸੂਟੇਬਲ ਹੋਊਗੀ ਉਹ ਚੀਜ਼, ਉਹਨਾਂ ਦੇ ਕਾਇਦੇ ਕਾਨੂੰਨ ਹੀ ਆਸਟ੍ਰੇਲੀਆ ਦਾ ਬਹੁਤ ਸਖਤ ਹੈ ਜਿਸ ਤਰੀਕੇ ਦੇ ਨਾਲ, ਪਰ ਕੈਨੇਡਾ ਉਸ ਦੇ ਬਿਲਕੁਲ ਅਸੀਂ ਦੇਖੀਏ ਤਾਂ ਈਜ਼ੀਲੀ ਤੁਸੀਂ ਹੁਣ ਤੱਕ ਖੈਰ ਸਖਤੀ ਹੋ ਰਹੀ ਹੈ, ਇੰਨਾ ਵੀ ਈਜ਼ੀ ਨਹੀਂ ਹੈ, ਪਰ ਇਹ ਮੰਨਿਆ ਜਾਂਦਾ ਹੈ ਕੈਨੇਡਾ 'ਚ ਬੰਦਾ ਈਜ਼ੀ ਐਂਟਰ ਹੋ ਜਾਂਦਾ ਹੈ, ਈਜ਼ੀ ਤੁਹਾਨੂੰ PR ਮਿਲ ਜਾਂਦੀ ਹੈ, ਸੋ ਉੱਥੇ ਤੁਸੀਂ ਪਹੁੰਚਦੇ ਹੋ 100 ਤਰ੍ਹਾਂ ਦੇ ਆਪਸ਼ਨਸ ਤੁਹਾਨੂੰ ਮਿਲ ਜਾਂਦੇ ਆ। ਪਰ ਜ਼ਰੂਰੀ ਤਾਂ ਨਹੀਂ ਕਿ ਕੈਨੇਡਾ ਦੀ ਜੋ ਗਵਰਨਮੈਂਟ ਆ ਉਹ ਉਹਦੇ ਨਾਲ ਰੱਖਦੀ ਹੋਵੇ ਤਾਲੁਕਾਤ ਕਿ ਹਾਂਜੀ ਅਸੀਂ ਤੁਹਾਡੇ ਵਿਚਾਰ ਨਾਲ ਸਹਿਮਤ, ਅਸੀਂ ਸਾਈਨ ਕਰਦੇ ਹਾਂ। ਉਹਦੇ ਵਿੱਚ ਸਾਈਨ ਨਾ ਕਰਨ ਦੀ, ਐਗਰੀਮੈਂਟ ਨਾ ਕਰਨ ਦੀ ਵਜ੍ਹਾ ਨਿਕਲ ਕੇ ਕੋਈ ਸਾਹਮਣੇ ਨਹੀਂ, ਹਾਲੇ ਤੱਕ ਵਜ੍ਹਾ ਐਸਾ ਚ ਕੋਈ ਕਾਰਨ ਦਿੱਤਾ ਵੀ ਨਹੀਂ ਗਿਆ, ਨਾ ਹੀ ਸਾਹਮਣੇ ਆਇਆ। ਪਰ ਸਿੰਪਲ ਜੀ ਗੱਲ ਹੈ, ਜੋ ਤਰਕ ਸਾਹਮਣੇ ਆਉਂਦਾ ਕਿ ਉਹ ਚਾਹੁੰਦੇ ਨੇ ਸਾਨੂੰ ਹੋਰ ਲੇਬਰ ਆਏ, ਅਸੀਂ ਹੋਰ ਅਰਨ ਕਰੀਏ। ਜੇਕਰ ਕੋਈ ਮੁਲਕ ਦੇ ਬੱਚੇ ਉਹਨਾਂ ਨੇ ਰੁਝਾਨ ਦੇਖ ਰਹੇ, ਇਨਫੈਕਟ ਖਾਸ ਤੌਰ ਤੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਉਹ ਵੱਧ ਚੜ ਕੇ ਜਿਹੜੇ ਨਿੱਜੀ ਕੰਪਨੀਆਂ ਨੇ, ਉੱਥੋਂ ਦੇ ਪਲੇਅਰਸ ਨੇ, ਉਹ ਵੱਧ ਚੜ ਕੇ ਹੋਰਾਂ ਏਜੰਟਾਂ ਨੂੰ ਇੱਥੇ ਸ਼ਹਿ ਦੇ ਰਹੇ ਨੇ ਕਿ ਤੁਸੀਂ ਸਾਨੂੰ ਬੱਚੇ ਦਿਓ, ਤੁਹਾਨੂੰ ਅਸੀਂ ਪੈਕੇਜ ਦੇਵਾਂਗੇ। ਪੈਕੇਜ ਵਿਕ ਰਹੇ ਨੇ, ਤਾਂ ਹੀ ਇੱਥੇ ਹਰ ਇੱਟ ਚੱਕਿਆਂ 3 ਏਜੰਟ ਥੱਲੇ ਬੈਠੇ। ਉਹੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਇੱਟ ਚੁੱਕਿਆਂ ਗਲੀ ਦੇ ਵਿੱਚ ਏਜੰਟ ਆ। ਔਰ ਇਹ ਵੀ ਗੱਲ ਹੈਗੀ ਆ ਕਰਨ, ਇਸ ਦੇ ਵਿੱਚ ਖਾਸ ਤੌਰ ਤੇ ਅਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਾਡੇ ਲੋਕਾਂ ਦੇ ਵਿੱਚ ਕਾਹਲ ਬਹੁਤ ਮਚ ਗਈ ਹੈ ਵਿਦੇਸ਼ ਜਾਣ ਦੀ। ਹਰ ਬੰਦਾ ਕਹਿੰਦਾ
ਹਰ ਦੂਜਾ ਤੀਜਾ ਬੰਦਾ ਕਹਿੰਦਾ ਵਿਦੇਸ਼ ਜਿਵੇਂ ਮਰਜ਼ੀ ਜਾ ਕੇ ਸੈੱਟ ਹੋ ਜਾਈਏ, ਚਾਹੇ ਤਾਂ ਕੋਈ ਇੱਥੋਂ ਦਾ ਚੰਗਾ ਬਿਜ਼ਨਸਮੈਨ ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਿਹਾ, ਚਾਹੇ ਕੋਈ ਗਵਰਨਮੈਂਟ EMPLOYE ਆ ਉਹ ਕਹਿੰਦਾ ਕਿ ਮੇਰੇ ਬੱਚੇ ਵਿਦੇਸ਼ ਸੈੱਟ ਹੋ ਜਾਣ, ਤਾਂ ਇੱਥੋਂ ਤੱਕ ਕਿ ਗਵਰਨਮੈਂਟ EMPLOYE ਵੀ ਕਹਿੰਦੇ ਕਿ ਅਸੀਂ ਇੱਥੋਂ ਰਿਟਾਇਰਮੈਂਟ ਤੋਂ ਬਾਅਦ ਵਿਦੇਸ਼ ਮੂਵ ਹੋ ਜਾਣਾ। ਬਹੁਤ ਸਾਰੇ ਇਹੋ ਜਿਹੇ ਹੈਗੇ ਆ। ਤਾਂ ਜਦੋਂ ਸਾਡੀ ਸੋਚ ਇਹ ਹੋਗੀ, ਹਰ ਬੰਦੇ ਦੀ ਸੋਚ ਇਹ ਹੋਗੀ ਕਿ ਅਸੀਂ ਵਿਦੇਸ਼ ਪਹੁੰਚੀਏ, ਕਿਵੇਂ ਨਾ ਕਿਵੇਂ ਪਹੁੰਚੀਏ, ਕੋਈ ਕਹਿੰਦਾ ਕਿੱਲਾ ਵੇਚ ਕੇ ਪਹੁੰਚ ਜਾਈਏ, ਕੋਈ ਕਹਿੰਦਾ 2 ਕਿੱਲੇ ਲੱਗ ਜਾਣ ਤਾਂ ਵੀ ਪਹੁੰਚ ਜਾਈਏ, ਤਾਂ ਇਸ ਤਰ੍ਹਾਂ ਪੈਸਿਆਂ ਦੇ ਬੰਡਲ ਲੈ ਲੈ ਕੇ ਤਾਂ ਬੈਗ ਭਰ ਕੇ ਤਾਂ ਏਜੰਟਾਂ ਦੇ ਪਿੱਛੇ ਤੁਰੇ ਫਿਰ ਰਹੇ। ਇਹ ਸਾਨੂੰ ਵੀ ਥੋੜਾ ਬਹੁਤ ਸਮਝਣਾ ਪਊਗਾ। ਘੱਟੋ ਘੱਟ ਜਿਵੇਂ ਤੁਸੀਂ ਕਾਲਜ ਦਾ ਬਹੁਤ ਚੰਗੀ ਇਨਫੋਰਮੇਸ਼ਨ ਹੈ ਕਿ ਕਾਲਜ ਜਿਹੜੇ ਉਹ ਕਿਵੇਂ ਧੋਖਾ ਕਰ ਰਹੇ ਆ, ਕਿਸ ਤਰੀਕੇ ਨਾਲ ਉਹ ਬਾਅਦ ਵਿੱਚ ਹਰਾਸਮੈਂਟ ਹੁੰਦੀ ਹੈ, ਕਿਸ ਤਰ੍ਹਾਂ ਬੰਦਾ ਪਰੇਸ਼ਾਨ ਹੁੰਦਾ। ਉਹਨਾਂ ਦਾ ਸਿੱਧਾ ਬਿਆਨ ਹੈ ਕਿ ਸਾਡੇ ਕੋਲ ਇੱਕ ਨਿੱਜੀ ਕੰਪਨੀ ਦਾ ਕੰਟਰੈਕਟ ਹੈ ਜਿਹੜੀ ਸਾਨੂੰ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਬੱਚੇ ਲਿਆ ਕੇ ਦੇਣੇ ਨੇ। ਉਹ ਨਿੱਜੀ ਕੰਪਨੀ, ਉਹ ਨਿੱਜੀ ਅਦਾਰਾ ਅੱਗਿਓਂ ਹਜ਼ਾਰਾਂ ਏਜੰਟਸ ਨਾਲ ਇੱਕ ਕੰਟਰੈਕਟ ਕਰਦਾ ਹੈ, ਯਾਨੀ ਕਿ ਏਜੰਟ ਤੇ ਕਾਲਜ ਦਾ ਸਿੱਧਾ ਸੰਪਰਕ ਨਹੀਂ ਹੁੰਦਾ। ਜਦ ਕਿ ਵਾਅਦੇ ਏਜੰਟ ਐਂ ਕਰਦੇ ਆ ਕਿ ਜਿਵੇਂ ਕਾਲਜ ਦੇ ਵਿੱਚ ਅੱਧਾ ਹਿੱਸਾ ਹੀ ਉਹਨਾਂ ਦਾ। ਬਹੁਤ ਸਾਰੇ ਏਜੰਟ ਇਦਾਂ ਸੁਣਿਆ ਕਹਿੰਦੇ ਆ ਕਿ ਬੱਚਿਆਂ ਨੂੰ ਖਾਸ ਤੌਰ ਤੇ ਇਹ ਗੱਲਾਂ ਕਹੀਆਂ ਜਾਂਦੀਆਂ ਕਾਲਜ ਦੇ ਵਿੱਚ ਆਪਣੀ ਸਿੱਧੀ ਗੱਲਬਾਤ ਆ, ਤੁਹਾਡਾ ਲੈਟਰ ਤਾਂ ਆਇਆ ਲਓ ਜੀ, ਦੱਸੋ ਤੁਹਾਡਾ ਤਾਂ ਆਈ ਲਓ, ਤੁਸੀਂ I-20 ਆਈ ਲਓ, ਤੁਹਾਡਾ ਤਾਂ ਲੈਟਰ ਆਇਆ ਲਓ। ਇਸ ਤਰ੍ਹਾਂ ਦੀਆਂ ਗੱਲਾਂ ਏਜੰਟਸ ਖਾਸ ਤੌਰ ਤੇ ਕਹਿੰਦੇ। ਪਰ ਇਹ ਸਾਨੂੰ ਵੀ ਦੇਖਣਾ ਪਊਗਾ। ਘੱਟੋ ਘੱਟ ਅੱਜ ਤਾਂ ਇੰਟਰਨੈਟ ਸਾਡੇ ਕੋਲ ਸਭ ਤੋਂ ਵੱਡਾ ਮੀਡੀਅਮ ਸਾਡੇ ਕੋਲ ਹੈਗਾ। ਅਸੀਂ ਇੰਟਰਨੈਟ ਤੇ ਚੀਜ਼ਾਂ ਸਰਚ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਵੈਰੀਫਾਈ ਕਰ ਸਕਦੇ ਹਾਂ ਚੀਜ਼ਾਂ ਨੂੰ। 4 ਬੰਦਿਆਂ 'ਚ ਘੁੰਮ ਕੇ ਇੰਨੇ ਏਜੰਟ ਆ ਤੁਸੀਂ ਚੈੱਕ ਕਰ ਸਕਦੇ ਹੋ, ਖਾਸ ਤੌਰ ਤੇ ਇੰਟਰਨੈਟ ਤੇ, ਜਾਂ ਕਾਲਜ ਦੇ ਬਾਰੇ ਵੀ ਤੁਸੀਂ ਜਾਣ ਸਕਦੇ ਹੋ। ਪਰ ਇਹ ਸਾਡੇ ਬੰਦਿਆਂ ਨੂੰ ਵੀ ਜਾਗਰੂਕ ਹੋਣਾ ਪਊਗਾ ਕਿ ਅਸੀਂ ਭਾਵੇਂ ਕੋਈ ਨਹੀਂ ਮਹੀਨਾ ਲੇਟ ਤੁਹਾਡਾ ਬੱਚਾ ਬਾਹਰ ਚਲਿਆ ਜਾਏਗਾ ਜਾਂ ਮਹੀਨਾ ਰੁਕ ਕੇ ਚਲਾ ਜਾਏਗਾ, ਪਰ ਇਹ ਨਾ ਐਡੀ ਕਾਹਲੀ ਨਹੀਂ ਮਚਣੀ ਚਾਹੀਦੀ ਕਿ ਹਾਂਜੀ ਇਸ ਤੱਕ ਕੱਲ ਹੀ ਸੈੱਟ ਹੋ ਜਾਈਏ ਉੱਥੇ ਜਾ ਕੇ। ਤਾਂ ਇਹ ਜਿਹੜੀ ਕਾਹਲ ਵਾਲਾ ਕਰਨ ਕਿਤੇ ਨਾ ਕਿਤੇ ਇਹ ਵੀ ਮਰਾਉਂਦੀ ਆ, ਕਿਉਂਕਿ ਜਦੋਂ ਸਾਨੂੰ ਲੋੜ ਆ, ਸਾਡੇ ਬੰਦੇ ਕਹਿੰਦੇ ਕਿ ਅਸੀਂ ਜਲਦੀ ਪਹੁੰਚ ਜਾਈਏ, ਸਾਡੇ ਬੱਚੇ ਜਲਦੀ ਉੱਥੇ ਸੈੱਟ ਹੋ ਜਾਣ। ਉਹਨਾਂ ਨੂੰ ਤਾਂ ਇਹ ਹੈ ਨਾ, ਕਹਿੰਦੇ ਆਉਣ ਦਿਓ ਜੀ, ਆਉਣ ਦਿਓ, ਸਾਡੇ ਤਾਂ ਕੋਈ ਨਹੀਂ ਖੁੱਲੇ ਆ ਭੰਡਾਰ। ਜਿੱਦਾਂ 400 ਦਾ ਜ਼ਿਕਰ ਤੁਸੀਂ ਕੀਤਾ, ਸੀਟਾਂ 400 ਸੀ, ਬੰਦਾ 600 ਪਹੁੰਚ ਗਿਆ ਉੱਥੇ ਸਟੂਡੈਂਟ। ਤੇ ਜਦੋਂ ਸੀਟਾਂ ਹੀ ਨਹੀਂ ਹੈ, ਬੈਠਣ ਲਈ ਵੀ ਜਗ੍ਹਾ ਨਹੀਂ ਹੈ, ਤਾਂ ਕਿਵੇਂ ਖੜੇ ਹੋ ਕੇ ਕਿਵੇਂ ਪੜਾਉਣਗੇ? ਛੱਤ ਤੇ ਖੜਾ ਕੇ ਤਾਂ ਪੜਾਉਣ ਰਹੇ। ਇਹ ਚੀਜ਼ਾਂ ਸਾਨੂੰ ਵੀ ਦੇਖਣੀਆਂ ਪੈਣੀਆਂ। ਘੱਟੋ ਘੱਟ ਸਾਨੂੰ ਫੈਕਟ ਜ਼ਰੂਰ ਦੇਖ ਲੈਣੇ ਚਾਹੀਦੇ ਆ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜੀ ਸਾਨੂੰ, ਅਸੀਂ ਜਦੋਂ ਹੁਣ ਪ੍ਰਵਾਸ ਕਰਦੇ ਸਾਨੂੰ ਘੱਟੋ ਘੱਟ ਇਹ ਚੀਜ਼ਾਂ ਪਤਾ ਹੋ ਜਾਣੀਆਂ ਚਾਹੀਦੀਆਂ। ਘੱਟੋ ਘੱਟ 4 ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛ ਲਓ। ਸਾਡੇ ਬੰਦਿਆਂ ਨੂੰ ਇਹ ਵੀ ਹੈ ਨਾ, ਕਹਿੰਦੇ ਕਿ ਰਿਸ਼ਤੇਦਾਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਚੁੱਪ ਚਪੀਤੇ ਬਾਹਰ ਪਹੁੰਚ ਜੀ। ਪਤਾ ਰਿਸ਼ਤੇਦਾਰਾਂ ਨੂੰ ਅੱਜ ਕੱਲ੍ਹ ਇਹ ਸਿਸਟਮ ਹੋ ਗਿਆ, ਕਹਿੰਦੇ ਭਾਨੀ ਨਾ ਕੋਈ ਮਾਰ ਦੇ, ਕੋਈ ਸਿਆਪਾ ਨਾ ਪੈ ਜੇ। ਔਰ ਖਾਸ ਤੌਰ ਤੇ ਕਹਿੰਦੇ ਕਿ ਜਦੋਂ ਟਿਕਟ ਲੈ ਲਈ ਜਾਂਦੀ ਹੈ ਜਾਂ ਜਦੋਂ ਵੀਜ਼ਾ ਆ ਜਾਂਦਾ, ਟਿਕਟ ਲੈ ਲਈ ਜਾਂਦੀ ਹੈ, ਉਸ ਤੋਂ ਬਾਅਦ ਹੀ ਰਿਸ਼ਤੇਦਾਰਾਂ 'ਚ ਹੀ ਜਾਂਦੇ ਆ ਜਵਾਕ ਅੱਜ ਕੱਲ੍ਹ। ਇਹ ਵੀ ਪਿੰਡਾਂ ਦੇ ਵਿੱਚ ਜਾਂ ਖਾਸ ਤੌਰ ਤੇ ਪੰਜਾਬ 'ਚ ਵੀ ਅਸੀਂ ਦੇਖਦੇ ਹਾਂ ਤਾਂ ਉਦੋਂ ਹੀ ਦੱਸਦੇ ਆ, ਕਹਿੰਦੇ ਕਿ ਜੀ ਆ ਗਿਆ ਜੀ ਵੀਜ਼ਾ। ਜਾਂ ਕਈ ਵਾਰ ਚਲੋ ਧੱਕੇ ਧੁੱਕੇ ਖਾ ਕੇ ਵਿਚਾਰਾ ਜਵਾਕ ਦੇਖਦੇ ਆ, ਕਹਿੰਦੇ ਕਿ ਜੀ ਰਿਫਿਊਜ਼ਲ ਆ ਗਈ। ਘੱਟੋ ਘੱਟ ਸਾਨੂੰ ਕਿਸੇ ਖਾਸ ਚੰਗੇ ਰਿਸ਼ਤੇਦਾਰ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ। ਰਿਸ਼ਤੇਦਾਰ ਤੇ ਨਹੀਂ ਭਰੋਸਾ ਤਾਂ ਤੁਸੀਂ 4-5 ਥਾਵਾਂ ਤੇ ਜਾ ਕੇ ਪਤਾ ਕਰ ਲਓ। ਇੰਟਰਨੈਟ ਤੁਹਾਡੇ ਕੋਲ ਹੈ, ਜੇ 12 ਪੜ੍ਹ ਲਈ ਆ ਬੱਚੇ ਨੇ, 12 ਕਲਾਸਾਂ ਕਰਨੀਆਂ, ਸਾਨੂੰ ਜ਼ਰੂਰ ਇੰਟਰਨੈਟ ਤੇ ਦੇਖ ਲੈਣਾ ਚਾਹੀਦਾ। ਵਿਦੇਸ਼ਾਂ ਦੇ ਕਾਲਜ ਦੇਖ ਲੈਣੇ ਚਾਹੀਦੇ ਵੀ ਕਿਹੜੇ ਕਾਲਜ ਦੀ ਰੇਟਿੰਗ ਚੰਗੀ ਹੈ। ਔਰ ਬਿਨਾਂ ਰੇਟਿੰਗ ਚੈੱਕ ਕਰੇ ਅਸੀਂ ਕਰਾਂਗੇ ਤਾਂ ਫਿਰ ਧੋਖਾ ਤਾਂ ਹੋਊਗਾ, ਫਿਰ ਠੱਗੀ ਵੱਜਦੀ ਆ। ਫਿਰ ਕਈ ਵਿਚਾਰੇ ਸੁਸਾਈਡ ਵੀ ਕਰ ਜਾਂਦੇ ਆ ਇਸੇ ਚੱਕਰ ਦੇ ਵਿੱਚ, ਕਿਉਂਕਿ ਪੈਸਾ ਲਾ ਬੈਠਦੇ ਹੁੰਦੇ ਆ। ਇੰਨੀ ਪੂੰਜੀ ਤਾਂ ਕਰਨ ਕਿਸੇ ਕੋਲੇ ਵੀ ਨਹੀਂ ਹੁੰਦੀ ਕਿ ਵੀ 40-50 ਲੱਖ ਰੁਪਏ ਲਾਤਾ, ਜਾਂ ਕਿਸੇ ਨੇ 20 ਲੱਖ ਰੁਪਏ ਵੀ ਲਾਤਾ। 10 ਲੱਖ ਰੁਪਏ ਵੀ ਲਾਉਣਾ ਬਹੁਤ ਔਖਾ। ਪੈਸੇ ਲਾ ਦਿੱਤੇ ਜਾਂਦੇ, ਉਸ ਤੋਂ ਬਾਅਦ ਫਿਰ ਪਛਤਾਵਾ ਰਹਿ ਜਾਂਦਾ ਪੱਲੇ। ਪਛਤਾਵੇ ਤੋਂ ਬਾਅਦ ਫਿਰ ਫਾਹਾ ਹੁੰਦਾ ਗੱਲ ਦੇ ਵਿੱਚ। ਬਹੁਤੇ ਕਿਸਾਨ ਪਰਿਵਾਰਾਂ ਦੇ ਧੀਆਂ ਪੁੱਤ ਜਾ ਰਹੇ ਨੇ ਤਾਂ ਖਰਚਾ ਮਾਇਨੇ ਰੱਖਦਾ ਜਦੋਂ ਇੰਨਾ ਹੋ ਜਾਂਦਾ। ਪਰ ਇਸ ਪਿੱਛੇ ਵਿਕਰਮ ਕਿਤੇ ਨਾ ਕਿਤੇ ਸੋਚ 'ਚ ਬਦਲਾਅ ਦੀ ਵੀ ਲੋੜ ਹੈ। ਜੇ ਬਾਹਰ ਜਾ ਕੇ ਦਿਹਾੜੀ ਨੂੰ ਜੌਬ ਕਹਿ ਕੇ ਕੰਮ ਕਰਨਾ, ਉੱਥੇ ਵੀ ਕੰਮ ਕਰਨਾ, ਮਿਹਨਤ ਕਰਨੀ, ਤਾਂ ਮਿਹਨਤ ਇੱਥੇ ਵੀ ਹੋ ਸਕਦੀ। ਬਹੁਤ ਸਾਰੇ ਆਪਾਂ ਦੇਖਦੇ ਹਾਂ ਲੋਕ ਵਾਪਸ ਵੀ ਆਏ ਨੇ, ਹਾਲਾਂਕਿ ਉਹਨਾਂ ਦੇ ਕਾਰਨ ਕੋਈ ਹੋਰ ਹੋਣਗੇ। ਬਾਹਰ ਜਾਣਾ ਬੁਰਾ ਨਹੀਂ, ਪਰ ਜੇ ਇਸ ਸੋਚ ਨਾਲ ਜਾਣਾ ਹੈ ਕਿ ਤੁਹਾਡੇ ਕੋਲ ਇੱਥੇ ਜ਼ਮੀਨ ਵੀ ਹੈ, ਕੰਮਕਾਰ ਵੀ ਹੈ, ਫਿਰ ਵੀ ਤੁਸੀਂ ਬਾਹਰ ਜਾਣ ਨੂੰ ਉਤਾਵਲੇ ਹੋ, ਤਾਂ ਉਹ ਸ਼ਾਇਦ ਕਿਤੇ ਨਾ ਕਿਤੇ ਗਲਤ ਹੈ। ਇੱਥੇ ਤੁਸੀਂ ਦੇਖਿਆ ਹੋਣਾ, ਅਕਸਰ ਨੌਜਵਾਨ ਇਹ ਕਹਿ ਦਿੰਦੇ ਆ ਸਾਡੀ ਤਾਂ ਜੀ ਡਿਗਰੀਆਂ ਪਈਆਂ ਨੇ, ਸਾਨੂੰ ਨੌਕਰੀ ਨਹੀਂ ਮਿਲਦੀ। ਪਰ ਉਹ ਡਿਗਰੀ ਦੇ ਬਰਾਬਰ ਤੁਹਾਡੇ ਕੋਲ ਗਿਆਨ ਕੀ ਹੈ? ਕਿਉਂਕਿ ਡਿਗਰੀਆਂ ਆਪਾਂ ਦੇਖਿਆ ਸਰਕਾਰਾਂ ਦੀ ਕਮੀਆਂ ਪਿਛਲੇ ਵੇਲੇ ਕਿਹੋ ਜਿਹੀਆਂ ਡਿਗਰੀਆਂ ਹੋਈਆਂ ਨੇ। ਪਿੰਡਾਂ ਦੇ ਵਿੱਚ ਬੈਠੇ ਕਈ ਲੋਕ ਓਪਨ ਲਰਨਿੰਗ 'ਚੋਂ ਜਾਂ ਕਿਤੋਂ ਉਹਨਾਂ ਨੇ ਡਿਗਰੀਆਂ ਕੀਤੀਆਂ ਨੇ, ਅਸਲ ਦੇ ਵਿੱਚ ਪੜ੍ਹਿਆ ਨਹੀਂ ਤਾਂ ਪ੍ਰਾਈਵੇਟ ਜੌਬ, ਪ੍ਰਾਈਵੇਟ ਪੈਕੇਜ ਵੀ ਮਿਲਦੇ ਨੇ। ਇੱਧਰ ਲੋਕ ਕਹਿ ਦਿੰਦੇ ਨੇ ਪ੍ਰਾਈਵੇਟ ਸੈਕਟਰ 'ਚ ਤਾਂ ਕੰਮ ਹੀ ਨਹੀਂ ਕਰਨਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੇਰੇ ਪਿੰਡ ਦਾ ਮੁੰਡਾ ਹੀ ਆ, ਮੇਰੇ ਪਿੰਡ ਦਾ ਮੁੰਡਾ, ਉਹ 20 ਕਿੱਲੇ ਪੈਲੀ ਆ ਉਹਦੇ ਕੋਲ। 20 ਕਿੱਲੇ ਪੈਲੀ ਵਾਲਾ, ਠੀਕ ਠਾਕ ਵਧੀਆ ਸਰਵਾਈਵ ਕਰਦਾ ਬੰਦਾ, ਔਰ ਕੋਈ ਸਿਰ ਕਰਜ਼ਾ ਨਹੀਂ ਕਿਸੇ ਵੀ ਤਰ੍ਹਾਂ ਦਾ। UK ਦੀ ਫਲਾਈਟ ਫੜ ਕੇ ਆਪਦੀ ਵਾਈਫ ਨਾਲ ਚਲਾ ਗਿਆ, ਸਟੱਡੀ ਵੀਜ਼ਾ ਲਿਆ, ਵਾਈਫ ਦਾ ਨਾਲ ਹੀ ਚਲਾ ਗਿਆ। ਔਰ ਉਸ ਤੋਂ ਬਾਅਦ ਮੈਂ ਕਿਹਾ ਯਾਰ ਤੇਰਾ ਤਾਂ ਵਧੀਆ ਸੈੱਟ ਸੀਗਾ, ਸਾਰਾ ਕੁਝ ਵਧੀਆ ਸੀ, ਕੋਈ ਕਰਜ਼ਾ ਨਹੀਂ ਸਿਰ, ਫਿਰ ਵੀ ਤੈਨੂੰ ਕੀ ਲੋੜ ਪੈ ਗਈ? ਕਹਿੰਦਾ ਬਾਈ ਉੱਥੇ ਵੀ ਕੀ ਕਰਨਾ ਸੀਗਾ ਯਾਰ, ਠੀਕ ਹੈ ਇੱਥੇ ਸੈੱਟ ਹੋ ਜਾਾਂਗੇ। ਮੈਂ ਕਿਹਾ ਤੇਰਾ ਤਾਂ ਉੱਥੇ ਵੀ ਕੰਮ ਸੈੱਟ ਸੀਗਾ, 20 ਕਿੱਲੇ ਪੈਲੀ ਆ,
ਵਧੀਆ ਤੇਰਾ ਤਾਮਝਾਮ ਆ, ਵਧੀਆ 59 ਟਰੈਕਟਰ ਆ ਤੇਰੇ ਕੋਲ, ਖੇਤੀ ਦੇ ਸਾਰੇ ਸੰਦ ਹੈਗੇ ਆ ਤੇਰੇ ਕੋਲੇ, ਰੋਟਾਵੇਟਰ ਤੋਂ ਲੈ ਕੇ ਟਰਾਲੀ ਜੈਕ ਵਾਲੀ ਹੈਗੀ ਆ, ਮੈਂ ਕਿਹਾ ਤੇਰੇ ਕੋਲ ਤੇ ਹਲ ਹੈਗੇ, ਤਮੀਆਂ ਹੈਗੀਆਂ, ਸਾਰੇ ਸੰਦ ਸਾਰੇ ਪੂਰੇ ਸੀ ਤੇਰੇ ਕੋਲੇ। ਉਹਦੇ ਬਾਵਜੂਦ ਵੀ ਕਹਿੰਦਾ ਨਹੀਂ ਬਾਈ ਸਵਾਦ ਜਾਂ ਨਹੀਂ ਆ ਰਿਹਾ ਸੀਗਾ, ਹੁਣ ਬਸ ਹੋਰ ਕਿਤੇ ਦਾ ਬਣਿਆ ਨਹੀਂ। 3-4 ਥਾਵਾਂ ਦਾ ਦੇਖਿਆ ਵੀ, 2-3 ਥਾਵਾਂ ਤੋਂ ਰਿਫਿਊਜ਼ਲ ਆਈ ਉਹਨਾਂ ਦੇ ਵਾਈਫ ਦੀ। ਆਸਟ੍ਰੇਲੀਆ ਟਰਾਈ ਕਰਿਆ, ਕੈਨੇਡਾ ਟਰਾਈ ਕਰਿਆ, 1-2 ਹੋਰ ਕੰਟਰੀਜ਼ ਦੇ ਵਿੱਚ ਸ਼ਾਇਦ ਟਰਾਈ ਕਰਿਆ, ਔਰ ਪਰ ਗੱਲ ਬਣੀ ਨਹੀਂ। ਫਿਰ ਕਹਿੰਦੇ ਯੂਕੇ ਦਾ ਵੀਜ਼ਾ ਖੁੱਲਾ ਸੀਗਾ, ਆਪਾਂ ਇੱਧਰ ਨੂੰ ਆ ਗਏ, ਤਾਂ ਉਹ ਯੂਕੇ ਚਲਾ ਗਿਆ। ਠੀਕ ਹੈ, ਚੰਗੀ ਉੱਥੇ ਖੈਰ ਮਿਹਨਤ ਕਰ ਰਿਹਾ, ਪਰ ਇਹ ਸਾਡਾ ਮਾਈਂਡ ਸੈਟ ਵੀ ਕਿਤੇ ਨਾ ਕਿਤੇ ਹੋ ਗਿਆ ਕਿ ਖੇਤੀ ਦੇ ਵਿੱਚ ਕੋਈ ਬਹੁਤਾ ਬਚਦਾ ਨਹੀਂ ਕਹਿੰਦੇ, ਔਰ ਉਸ ਤੋਂ ਬਾਅਦ ਕਹਿੰਦੇ ਫਿਰ ਚੱਲੀਏ ਵਿਦੇਸ਼ ਨੂੰ। ਠੀਕ ਹੈ, ਖੁਸ਼ ਹੈ ਖੈਰ ਆਪਣੀ ਲਾਈਫ ਦੇ ਵਿੱਚ, ਪਰ ਇਹ ਮਾਈਂਡ ਸੈਟ ਵੀ ਜਿਹੜਾ ਸਾਡਾ ਇਹ ਵੀ ਬਹੁਤ ਚੰਗਾ ਸਾਬਤ ਨਹੀਂ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਪੰਜਾਬ ਤਾਂ ਸਾਰਾ ਖਾਲੀ ਹੋ ਚੱਲਿਆ ਜਿਵੇਂ ਜ਼ਿਕਰ, ਕਿਉਂਕਿ ਇੱਥੇ ਕਹਿ ਦਿੰਦੇ ਆ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਅਸੀਂ ਪੈਰ ਨਹੀਂ ਰੱਖਣਾ, ਉਹ ਤਾਂ ਕੰਮ ਬਹੁਤ ਲੈਂਦੇ ਆ, ਤੇ ਜਦੋਂ ਬਾਹਰ ਜਾ ਕੇ ਸ਼ਿਫਟਾਂ ਲੱਗਦੀਆਂ ਨੇ ਉਦੋਂ ਫਿਰ ਸਾਰਾ ਕੁਝ ਸੋਹਣਾ ਲੱਗਣ ਲੱਗ ਜਾਂਦਾ। ਤਾਂ ਸ਼ਾਇਦ ਇਹ ਕਿਤੇ ਨਾ ਕਿਤੇ ਸੋਚ ਦਾ ਵੀ ਫਰਕ ਹੈ, ਪਰ ਚਲੋ ਹਾਂ ਧਾਰਨਾ ਬਣ ਗਈ। ਬਾਹਰ ਜਾਣਾ ਗਲਤ ਨਹੀਂ, ਚਲੋ ਜਾਓ, ਜਿਨ੍ਹਾਂ ਨੇ ਜਾਣਾ ਉਹ ਜ਼ਰੂਰ ਜਾਣ, ਪਰ ਜੋ ਅਸੀਂ ਜਾਣਕਾਰੀ ਦਿੱਤੀ ਹੈ ਜਿਸ ਤਰੀਕੇ ਆਪਣੇ ਉੱਥੋਂ ਦੇ ਨਜ਼ਦੀਕਿਆਂ ਨਾਲ ਸੰਪਰਕ ਕਰੋ, ਰਿਸ਼ਤੇਦਾਰਾਂ ਨਾਲ ਸੰਪਰਕ ਕਰੋ, ਕਈ ਗਵਰਨਮੈਂਟ ਅਪਰੂਵਡ ਨੇ ਏਜੰਟਸ, ਉਹਨਾਂ ਨਾਲ ਗੱਲਬਾਤ ਕਰੋ, ਖੁਦ ਵੀ ਇੰਟਰਨੈਟ ਰਾਹੀਂ ਜੋ ਵੀ ਅੱਜ ਕੱਲ੍ਹ ਸਾਰੇ ਪੜ੍ਹੇ ਲਿਖੇ ਨੇ ਇੰਨਾ ਕੁਝ ਸਮਝ ਸਕਦੇ ਨੇ। ਕਿਤੇ ਨਾ ਕਿਤੇ ਇਹ ਇੱਕ ਵੱਡੀ ਦੁਕਾਨਦਾਰੀ ਚੱਲ ਰਹੀ ਹੈ। ਤੁਸੀਂ ਏਜੰਟਾਂ ਵਾਸਤੇ ਬੱਚੇ ਨਹੀਂ, ਉਹ ਤੁਹਾਨੂੰ ਉਹਨਾਂ ਨੂੰ ਤੁਹਾਡੀ ਕੋਈ ਪੀੜ ਨਹੀਂ, ਤੁਸੀਂ ਉਹਨਾਂ ਵਾਸਤੇ ਉਹ ਤੁਹਾਡੇ ਲਈ ਕੋਈ ਐਜੂਕੇਸ਼ਨ ਪੈਕੇਜ ਨਹੀਂ ਦੇ ਰਹੇ, ਉਹ ਸਿਰਫ ਟਰੈਵਲ ਏਜੰਟ ਨੇ, ਉਹਨਾਂ ਨੇ ਪੈਸੇ ਕਮਾਉਣੇ ਆ, ਤੁਸੀਂ ਉਹਨਾਂ ਲਈ ਗ੍ਰਾਹਕ ਹੋ, ਤੇ ਇਸ ਗੱਲ ਤੋਂ ਸਤਰਕ ਰਹਿਣਾ ਚਾਹੀਦਾ। ਬਿਲਕੁਲ। ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਪ੍ਰਵਾਸ ਹੋ ਰਿਹਾ, ਜਿਸ ਤਰੀਕੇ ਦੇ ਨਾਲ ਇੰਤਜ਼ਾਰ ਹੋ ਰਿਹਾ ਕਿ ਵੀਜ਼ਾ ਆਵੇ ਜਾਂ ਜਲਦੀ 12 ਕਰੇ ਬੱਚਾ, ਔਰ ਉਸ ਤੋਂ ਬਾਅਦ ਅਸੀਂ ਐਲਸ ਕਰਾਈਏ, ਉਸ ਤੋਂ ਬਾਅਦ ਪੀਟੀ ਕਰਾਈਏ, ਔਰ ਉਸ ਤੋਂ ਬਾਅਦ ਅਸੀਂ ਵਿਦੇਸ਼ ਭੇਜ ਦਈਏ, ਪਰ ਵਿਦੇਸ਼ ਜਾਣ ਤੋਂ ਪਹਿਲਾਂ ਤੁਸੀਂ ਇਹਨਾਂ ਚੀਜ਼ਾਂ ਤੇ ਜ਼ਰੂਰ ਰਿਸਰਚ ਕਰਿਓ, ਜ਼ਰੂਰ ਦੇਖਿਓ। ਇਹ ਨਾ ਹੋਵੇ ਕਿ ਤੁਸੀਂ ਵੀ ਕਿਤੇ ਠੱਗੀ ਦਾ ਸ਼ਿਕਾਰ ਹੋ ਜਾਓ। ਜਿਹੜੇ ਕਾਲਜ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਇਹ ਨਾ ਹੋਵੇ ਕਿ ਉਹ ਕਾਲਜ ਮਾਨਤਾ ਪ੍ਰਾਪਤ ਨਾ ਹੋਵੇ। ਤਾਂ ਖਾਸ ਤੌਰ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਹੈ। ਇਹ ਨਾ ਹੋਵੇ ਕਿ ਵਿਦੇਸ਼ ਜਾਓ ਤੁਸੀਂ, ਕਾਲਜ ਤੁਹਾਡੇ ਨਾਲ ਠੱਗੀ ਮਾਰ ਲਵੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਇੰਟਰਨੈਟ ਤੇ ਦੇਖ ਰਹੇ ਹਾਂ, ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹਾਂ, ਪਰ ਤੁਹਾਨੂੰ ਘੱਟੋ ਘੱਟ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਾਂ ਖਾਸ ਤੌਰ ਤੇ ਇੰਟਰਨੈਟ ਤੇ ਜ਼ਰੂਰ ਜਾਣਕਾਰੀ ਲੈ ਲਓ ਕਿ ਉਹ ਕਾਲਜ ਵੈਰੀਫਾਈਡ ਹੈ ਜਾਂ ਨਹੀਂ, ਸਰਟੀਫਾਈਡ ਹੈ ਜਾਂ ਨਹੀਂ, ਔਰ ਖਾਸ ਤੌਰ ਤੇ ਜਿਹੜੇ ਏਜੰਟ ਕੋਲ ਜਾ ਰਹੇ ਹੋ ਉਹਦੇ ਬਾਰੇ 4-5 ਥਾਵਾਂ ਤੋਂ ਪੁੱਛ ਜ਼ਰੂਰ ਲਓ, ਔਰ ਨਾਲ ਹੀ ਰਿਕਾਰਡ ਵੀ ਚੈੱਕ ਕਰ ਲਓ। ਅੱਜ ਕੱਲ੍ਹ ਸਾਰੀਆਂ ਚੀਜ਼ਾਂ ਆਨਲਾਈਨ ਚੈੱਕ ਹੋ ਜਾਂਦੀਆਂ ਨੇ।